ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਵੀ ਖਾਸ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਵੱਡਾ ਮਸਲਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੀਤੇ ਦਿਨਾਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਵੱਡੇ ਐਲਾਨ ਪੰਜਾਬ ਸਰਕਾਰ ਦੇ ਲਈ ਅਤੇ ਭਾਰਤ ਸਰਕਾਰ ਦੇ ਲਈ ਕੀਤੇ ਨੇ। ਕੀ ਕੁਝ ਖਾਸ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਿਹਾ, ਸੁਰਿੰਦਰ ਡੱਲਾ ਹੋਣਾ ਤੋਂ ਜਾਣਾਂਗੇ। ਤੇ ਪੰਜਾਬ ਦੇ ਵਿੱਚ 2022 ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਵੱਖੋ ਵੱਖਰੇ ਪੈਂਤੜੇ ਵਰਤੇ ਜਾਣ ਲੱਗ ਪਏ ਨੇ। ਕੀ ਕੁਝ ਨਵਾਂ ਹੈ ਇਸ ਦੇ ਵਿੱਚ, ਉਹ ਵੀ ਸੁਰਿੰਦਰ ਡੱਲਾ ਹੋਣਾ ਤੋਂ ਜਾਣਾਂਗੇ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੀ ਗੱਲ ਕਰਾਂਗੇ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਧੰਨਵਾਦ। ਡੱਲਾ ਜੀ, ਬੀਤੇ ਦਿਨ ਜੋ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਕਿ ਕੁਝ ਖਾਸ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਐਲਾਨ ਕਿਸਾਨਾਂ ਨੇ ਕੀਤੇ ਨੇ? ਦੇਖੋ, 38ਵਾਂ ਦਿਨ ਗਗਨ ਅੱਜ ਹੋ ਗਿਆ ਜੀ। ਅੱਜ 38ਵੇਂ ਦਿਨ 'ਚ ਆ ਗਿਆ ਕਿਸਾਨ ਅੰਦੋਲਨ, ਔਰ ਮੈਂ ਇਹ ਕਹੂੰਗਾ ਕਿ ਦੋ ਮੁੱਦਿਆਂ ਦੇ ਉੱਤੇ ਫਤਿਹ ਹਾਸਲ ਕਰ ਲਈ। 38ਵਾਂ ਦਿਨ ਹੋ ਗਿਆ ਔਰ ਕੱਲ 37ਵਾਂ ਦਿਨ ਸੀ। ਕੱਲ ਫੇਰ ਪ੍ਰੈਸ ਕਾਨਫਰੰਸ ਕੀਤੀ। ਪਹਿਲਾਂ ਤਾਂ ਸਿੰਘੂ ਬਾਰਡਰ ਤੇ ਕੱਲ ਲਗਭਗ 60 ਤੋਂ ਲੈ ਕੇ 70 75 80 ਜਥੇਬੰਦੀਆਂ ਦੇ ਨੁਮਾਇੰਦੇ ਮੀਟਿੰਗ 'ਚ ਸ਼ਾਮਲ ਹੋਏ। ਸੋ ਜਿਹੜੀਆਂ 40 ਜਥੇਬੰਦੀਆਂ ਪਹਿਲਾਂ ਮੀਟਿੰਗ ਕਰਿਆ ਕਰਦੀਆਂ ਸੀ, ਹੁਣ ਲਗਭਗ 65 70 80 ਵੱਲ ਨੂੰ ਕਾਫਲਾ ਵੱਧ ਗਿਆ। ਗਗਨ, ਇਹਦਾ ਮਤਲਬ ਇਹ ਹੈ ਕਿ ਮੁਲਕ ਦੇ ਹੋਰ ਕਿਸਾਨ ਸੰਗਠਨ ਵੀ ਇਸ ਅੰਦੋਲਨ ਦਾ ਹਿੱਸਾ ਬਣ ਗਏ। ਹੁਣ ਇਹ ਕਿਸਾਨ ਅੰਦੋਲਨ ਸਿਰਫ ਪੰਜਾਬ ਅਤੇ ਹਰਿਆਣੇ ਦਾ ਨਹੀਂ ਹੈ। ਹੁਣ ਇਹ 'ਚ ਮੁਲਕ ਦੇ ਵੱਖ-ਵੱਖ ਕਿਸਾਨ ਸੰਗਠਨ ਨੇ ਜਿਹੜੇ ਆ ਗਏ। ਸੰਯੁਕਤ ਕਿਸਾਨ ਮੋਰਚਾ ਇਹਨੂੰ ਨਾਮ ਦਿੱਤਾ ਗਿਆ ਔਰ ਇਹਦੇ 'ਚ ਕੱਲ ਬੜੇ ਵੱਡੇ ਫੈਸਲੇ ਕੀਤੇ ਗਏ। ਮੈਂ ਜੋਗਿੰਦਰ ਯਾਦਵ ਉਹਨਾਂ ਨੂੰ ਵੀ ਸੁਣ ਰਿਹਾ ਸੀ, ਇੱਕ ਕੌਮੀ ਚੈਨਲ ਤੇ ਬੋਲ ਰਹੇ ਸੀ, ਔਰ ਜੋਗਿੰਦਰ ਯਾਦਵ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਆਪਣੇ ਚੈਨਲ ਤੇ ਵੀ ਉਪਲਬਧ ਹੈ। ਆਪਣੇ ਵੀ ਰਿਪੋਰਟਰ ਸਾਥੀ ਨੇ ਆਪਾਂ ਨੂੰ ਭੇਜੀ ਹੈ। ਔਰ ਹੁਣ ਉਹ ਮੈਂ ਸੁਣੀ ਜਦੋਂ ਸਾਰੀ, ਕਈ ਗੱਲਾਂ ਵੱਡੀਆਂ ਆਈਆਂ। ਇੱਕ ਤਾਂ ਕਿਸਾਨ ਆਗੂ ਸਾਡੇ ਕਹਿੰਦੇ ਕਿ 4 ਜਨਵਰੀ ਦੀ ਮੀਟਿੰਗ 'ਚ ਅਗਰ ਫੈਸਲਾ ਨਹੀਂ ਕੋਈ ਹੋਇਆ ਸਾਡੀ ਮਰਜ਼ੀ ਮੁਤਾਬਕ, ਤੇ ਫਿਰ 6 ਜਨਵਰੀ ਨੂੰ ਵੱਡੀ ਟਰੈਕਟਰ ਰੈਲੀ ਕੀਤੀ ਜਾਣੀ ਹੈ। ਸੋ ਟਰੈਕਟਰ ਰੈਲੀ ਨੂੰ ਲੈ ਕੇ ਪਹਿਲਾਂ ਵੀ ਗਗਨ ਤੁਹਾਨੂੰ ਪਤਾ ਹੈ ਬਹੁਤ ਵੱਡੀਆਂ ਤਿਆਰੀਆਂ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ 23 ਜਨਵਰੀ ਨੂੰ ਪੂਰੇ ਮੁਲਕ ਦੇ ਵਿੱਚ ਪ੍ਰੋਟੈਸਟ ਕੀਤੇ ਜਾਣੇ ਨੇ। 23 ਜਨਵਰੀ ਨੂੰ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ, ਇਹਨਾਂ 'ਚ ਪ੍ਰਦਰਸ਼ਨ ਹੋਣਗੇ, ਪ੍ਰੈਸ ਕਾਨਫਰੰਸ ਕੀਤੀ ਜਾਊਗੀ, ਲੋਕਾਂ ਨੂੰ ਸਮਝਾਇਆ ਜਾਊਗਾ ਕਿ ਅਸੀਂ ਕਿਉਂ ਅੰਦੋਲਨ ਕਰ ਰਹੇ ਹਾਂ। ਹੋਰ ਕਿਸਾਨ ਜਥੇਬੰਦੀਆਂ ਵੀ ਨਾਲ ਇਹਦੇ 'ਚ ਕਿਸਾਨਾਂ ਦੇ ਆਉਣਗੀਆਂ ਔਰ 6 ਤੋਂ 20 ਪੂਰੇ ਮੁਲਕ 'ਚ ਇੱਕ ਜਾਗਰਤੀ ਲਹਿਰ ਕੱਢੀ ਜਾਣੀ ਹੈ ਜੀ, ਹੈ ਨੀ, ਇੱਕ ਜਾਗਰਤੀ ਮੁਹਿੰਮ ਕੱਢੀ ਜਾਣੀ ਹੈ। ਜਾਗਰਤੀ ਲਹਿਰ ਤਾਂ ਅਖਬਾਰ ਵੀ ਹੈ, ਗੌਤਮ ਜਲੰਧਰੀ ਹੋਣੀ ਸੰਪਾਦਕ ਨੇ, ਬੜਾ ਉਹ ਵੀ ਜਿਹੜਾ ਹੈਗਾ ਆਨਲਾਈਨ ਵੀ ਬਹੁਤ ਲੋਕ ਪੜ੍ਹਦੇ ਨੇ ਉਹਨੂੰ ਜੀ। ਸੋ ਜਾਗਰਤੀ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ 6 ਤੋਂ 20 ਤੱਕ ਪੂਰੇ ਮੁਲਕ 'ਚ। ਇਹ ਜਾਗਰਤੀ ਮੁਹਿੰਮ ਹੈ ਜਿਹੜੀ, ਇਹਦੇ 'ਚ ਆਪਣੀਆਂ ਗੱਲਾਂ ਦੱਸਣਗੇ ਕਿਸਾਨ ਕਿ ਕਿਉਂ ਅਸੀਂ ਅੰਦੋਲਨ ਕਰ ਰਹੇ ਹਾਂ, ਉਹਦੇ ਪਿੱਛੇ ਕਾਰਨ ਕੀ ਹੈ, ਕਿਹੜੇ ਸਾਨੂੰ ਖਤਰੇ ਨੇ, ਸਾਡੀਆਂ ਦਿੱਕਤਾਂ ਕੀ ਨੇ, ਚਿੰਤਾਵਾਂ ਕੀ ਨੇ, ਤਾਂ ਕਿ ਆਮ ਲੋਕਾਂ ਨੂੰ ਵੀ ਸਮਝ ਆਵੇ ਇਹ ਸਾਰੀ ਗੱਲ। ਔਰ ਇਸ ਤੋਂ ਇਲਾਵਾ ਦੇਖੋ 7 ਦੌਰ ਦੀ ਗੱਲਬਾਤ ਹੋਈ ਹੈ। ਹਾਲਾਂਕਿ ਪਹਿਲੇ ਦੌਰ ਦੀ ਮੀਟਿੰਗ ਤਾਂ ਉਹ ਤਾਰ ਪੀਡੋ ਹੋ ਗਈ ਸੀ, ਮੁਕੰਮਲ ਹੋਈ ਨਹੀਂ ਜੀ। ਸੋ ਹੁਣ 8ਵੇਂ ਦੌਰ ਦੀ ਗੱਲਬਾਤ ਹੈ ਜਿਹੜੀ 4 ਜਨਵਰੀ ਨੂੰ ਹੈ। ਗਗਨ, ਸਾਰਾ ਕੁਝ ਅੰਦੋਲਨ ਦਾ ਭਵਿੱਖ ਹੈ ਜਿਹੜਾ, ਜਾਂ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਹੈ, ਉਹ 4 ਜਨਵਰੀ 'ਚ ਪਹਿਲਾਂ ਤਾਂ ਲੁਕਿਆ। ਜੇ ਤਾਂ ਕੇਂਦਰ ਦਾ ਰੁਖ 4 ਜਨਵਰੀ ਨੂੰ ਹੋਇਆ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਨ ਦੀ ਦਿਸ਼ਾ 'ਚ ਅੱਗੇ ਵਧਾਂਗੇ, MSP ਦੀ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ, ਫਿਰ ਤਾਂ ਇਹ ਅੰਦੋਲਨ ਸੰਪੂਰਨਤਾ ਵਾਲੇ ਪਾਸੇ ਚਲਾ ਜਾਊਗਾ ਜੀ। ਅਗਰ ਸਰਕਾਰ ਦਾ ਰੁਖ ਹੁਣ ਵੀ ਇਹੀ ਹੋਇਆ ਵੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਤੇ ਅਸੀਂ ਕੋਈ ਵਿੱਚ ਦਾ ਰਾਹ ਦੇ ਦਿੰਦੇ ਹਾਂ, ਅਸੀਂ ਕੋਈ ਸੁਝਾਅ ਦੇ ਦਿੰਦੇ ਹਾਂ, ਆਪਾਂ ਕੋਈ ਹੋਰ ਇਹਦੇ 'ਚ ਵੇਰਵੇ ਪਾ ਲੈਂਦੇ ਹਾਂ, ਤੇ ਫਿਰ ਘੱਟੋ ਘੱਟ ਅੰਦੋਲਨ ਸੰਪੂਰਨ ਨਹੀਂ ਹੁੰਦਾ। ਇਹ ਅੰਦੋਲਨ ਫਿਰ ਉਸੇ ਤਰ੍ਹਾਂ ਚੱਲਦਾ ਰਹੂਗਾ, ਭਾਵੇਂ ਭਵਿੱਖ 'ਚ ਦੁਬਾਰਾ ਸਹਿਮਤੀ ਬਣ ਜੇ, ਸਰਕਾਰ ਕਾਨੂੰਨ ਰੱਦ ਕਰ ਦੇ ਭਵਿੱਖ 'ਚ ਦੁਬਾਰਾ। ਪਰ ਹੁਣ 4 ਤਰੀਕ ਹੈ ਜਿਹੜੀ 4 ਜਨਵਰੀ, ਉਹ ਦਿਨ ਬੜਾ ਅਹਿਮ ਹੈ। ਔਰ ਕਿਸਾਨ ਜਥੇਬੰਦੀਆਂ ਜਿਸ ਤੇਜ਼ੀ ਦੇ ਨਾਲ ਮਜ਼ਬੂਤ ਹੋਈਆਂ ਨੇ, 40 ਤੋਂ 70 80 ਤੱਕ ਹੋ ਗਈਆਂ ਨੇ, ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਸਰਕਾਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਕਿ ਇਹ ਹਕੀਕਤ ਦੇ ਵਿੱਚ ਇਹ ਲੋਕ ਕਿਸਾਨ ਨੇ। ਇਹਨਾਂ ਦੇ ਵਿੱਚ ਨਾ ਤਾਂ ਨਕਸਲਾਈਟ ਮੂਵਮੈਂਟ ਵਾਲੇ ਲੋਕ ਨੇ, ਨਾ ਖਾਲਿਸਤਾਨੀ ਲੋਕ ਨੇ, ਨਾ ਵੱਖਵਾਦੀ ਨੇ, ਨਾ ਅੱਤਵਾਦੀ ਨੇ ਜੀ। ਇਹਨਾਂ ਦੇ ਵਿੱਚ ਸਧਾਰਨ ਤੇ ਸਾਦੇ ਸਾਡੇ ਕਿਸਾਨ ਨੇ, ਸਾਡੇ ਨਾਗਰਿਕ ਨੇ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ। ਸੋ ਹੁਣ ਮੈਨੂੰ ਇਹ ਲੱਗਦਾ ਕਿ ਸਰਕਾਰ ਕਿਸੇ ਠੋਸ ਪ੍ਰਸਤਾਵ ਨਾਲ ਆਊਗੀ। ਮੈਨੂੰ ਕੀ ਲੱਗਦਾ ਗਗਨ, ਮੈਨੂੰ ਇਹ ਲੱਗਦਾ ਸਭ ਤੋਂ ਪਹਿਲਾਂ ਤਾਂ ਸਰਕਾਰ MSP ਤੇ ਕਾਨੂੰਨੀ ਗਰੰਟੀ ਦੀ ਵਿਆਖਿਆ ਕਰੂਗੀ ਕਿਸਾਨਾਂ ਦੇ ਨਾਲ ਵੀ ਅਸੀਂ MSP ਤੇ ਤੁਹਾਨੂੰ ਲਿਖਤ ਗਰੰਟੀ ਕਿਵੇਂ ਦੇਣਾ ਚਾਹੁੰਦੇ ਹਾਂ ਤੇ ਉਹਦੀ ਪ੍ਰਕਿਰਿਆ ਕੀ ਹੋਊਗੀ। ਕਿਸਾਨ ਉਹਨੂੰ ਸੁਣਨਗੇ, ਸਮਝਣਗੇ। ਇਹ ਵੀ ਹੋ ਸਕਦਾ ਸਰਕਾਰ ਕਹਿ ਦੇ ਵੀ ਅਸੀਂ MSP ਦੇ ਉੱਤੇ ਕੁਝ ਕਾਨੂੰਨੀ ਮਦਦ ਨਾਲ ਲੈ ਕੇ ਆਉਂਦੇ ਹਾਂ,
ਵੀ ਜਿਹੜੀ MSP ਹੈ, MSP ਸਪੋਰਟਡ ਬਾਏ ਲਾਅ ਜੀ, ਕਿ MSP ਦੀ ਰਾਖੀ ਕਰਨ ਲਈ ਕੋਈ ਆਲੇ ਦੁਆਲੇ ਲਾਅ ਬਣਦੇ ਸਰਕਾਰ, ਵੀ ਅਗਰ MSP ਤੁਹਾਨੂੰ ਨਹੀਂ ਮਿਲਦੀ, ਕੋਈ ਤੁਹਾਡੇ ਨਾਲ ਧੋਖਾ ਹੁੰਦਾ ਹੈ, ਕੋਈ ਧੱਕਾ ਕਰਦਾ ਹੈ, ਕੋਈ ਜਿਹੜੇ ਐਗਰੀਮੈਂਟਸ ਨੇ ਫੇਕ ਬਣਾਉਂਦਾ ਹੈ, ਵਧੀਆ ਨਹੀਂ ਬਣਾਉਂਦਾ, ਤੇ ਉਹ ਲਾਅ ਕਿਵੇਂ ਮਦਦ ਕਰੇ ਕਿਸਾਨਾਂ ਦੀ, ਕਾਨੂੰਨ ਕਿਵੇਂ ਮਦਦ ਕਰੇ। ਮਤਲਬ ਸਰਕਾਰ ਕੋਈ ਫਾਰਮੂਲਾ ਲੈ ਕੇ ਆਊਗੀ, ਉਹ ਫਾਰਮੂਲਾ ਬਣਾਇਆ ਜਾ ਰਿਹਾ, ਕਈ ਮਦਾਂ ਨੇ ਉਹ ਫਾਰਮੂਲੇ ਦੀਆਂ, ਕਈ ਤਰੀਕੇ ਨਾਲ ਇਹ ਫਾਰਮੂਲੇ ਬਣ ਰਹੇ ਨੇ, ਵੱਡੇ ਵੱਡੇ ਅਫਸਰ ਫਾਰਮੂਲੇ ਬਣਾ ਰਹੇ ਨੇ ਜੀ। ਪਰ ਕਿਸਾਨ ਕੀ ਚਾਹ ਰਿਹਾ? ਕਿਸਾਨ ਚਾਹ ਰਿਹਾ ਕਿ ਤੁਸੀਂ MSP ਦਾ ਕਾਨੂੰਨ ਪਾਰਲੀਮੈਂਟ 'ਚ ਪਾਸ ਕਰ ਦਿਓ, ਵੀ 23 ਦੀਆਂ 23 ਫਸਲਾਂ ਨੇ, ਇਹਨਾਂ ਦੀ ਖਰੀਦ MSP ਤੇ ਹੋਵੇ ਔਰ ਸਰਕਾਰ ਚੱਕੇ, ਕਾਨੂੰਨੀ ਗਰੰਟੀ ਸਰਕਾਰ ਇਹ ਦੇਵੇ ਵੀ ਅਸੀਂ ਚੱਕਾਂਗੇ 23 ਦੀਆਂ 23 ਫਸਲਾਂ। ਜੇ ਸਰਕਾਰ ਆਪ ਨਹੀਂ ਚੱਕਦੀ, ਸਰਕਾਰ ਕੋਈ ਪ੍ਰਬੰਧ ਵਾਲੀ ਪ੍ਰਸਤਾਵ ਦੇਵੇ, ਉਹਦੇ 'ਚ ਪ੍ਰਾਈਵੇਟ ਸੈਕਟਰ ਚਾਹੇ ਸਰਕਾਰ ਲਿਆਵੇ, ਮੈਨੂੰ ਲੱਗਦਾ ਵੀ ਸਰਕਾਰ ਕਵੇ ਕਿ ਅਸੀਂ ਸਾਰੀ ਫਸਲ ਹੈ ਜਿਹੜੀ ਅਸੀਂ ਚੱਕਾਂਗੇ, ਅਸੀਂ ਚੱਕ ਕੇ ਇਸ ਪ੍ਰਾਈਵੇਟ ਸੈਕਟਰ ਨੂੰ ਸਪੁਰਦ ਕਰ ਦਿਆਂਗੇ। ਦੇਖੋ ਹੁਣ ਵੀ ਤਾਂ ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਕਣਕ ਤੇ ਝੋਨਾ ਸਾਡਾ ਚੱਕਦੀ ਹੈ ਗਗਨ ਜੀ, ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਕਣਕ ਤੇ ਝੋਨਾ ਚੱਕ ਕੇ ਵੱਡੇ ਪ੍ਰਾਈਵੇਟ ਅਦਾਰਿਆਂ ਨੇ ਉਹਨਾਂ ਨੂੰ ਸਪੋਰਟ ਸਿਸਟਮ ਸਟੋਰੇਜ ਦਾ ਬਣਾ ਕੇ ਦਿੱਤਾ, ਉੱਥੇ ਰੱਖ ਦਿੱਤਾ ਜਾਂਦਾ ਕਣਕ ਝੋਨਾ। ਕਿਸਾਨਾਂ ਦੀ ਚਿੰਤਾ ਗਗਨ ਇਹ ਹੈ ਕਿ ਸਾਡੀ ਜਿਹੜੀ ਫਸਲ ਹੈ ਜਿਹੜੀ ਚੱਕੀ ਜਾਣੀ ਹੈ ਨਾ, ਉਹ ਪ੍ਰਾਈਵੇਟ ਲੋਕ ਨਾ ਤੈਅ ਕਰਨ, ਪ੍ਰਾਈਵੇਟ ਕੰਪਨੀ ਨਾ ਤੈਅ ਕਰੇ, ਉਹ ਸਰਕਾਰ ਤੈਅ ਕਰੇ, ਕਿਉਂਕਿ ਜਦੋਂ ਸਰਕਾਰ ਤੈਅ ਕਰਦੀ ਹੈ ਤੇ ਰੇਟ ਪੂਰਾ ਮਿਲਦਾ ਹੈ। ਤੇ ਜੇ ਪ੍ਰਾਈਵੇਟ ਕੰਪਨੀ ਤੈਅ ਕਰੂਗੀ ਤੇ ਮੁਕਾਬਲਾ ਹੋ ਜਾਣਾ ਪ੍ਰਾਈਵੇਟ ਕੰਪਨੀਆਂ ਦਾ। ਪ੍ਰਾਈਵੇਟ ਕੰਪਨੀਆਂ ਦਾ ਜਦੋਂ ਮੁਕਾਬਲਾ ਹੋਊਗਾ, ਉਹਨਾਂ ਨੇ ਰੇਟ ਡੇਗ ਦੇਣਾ, ਉਹ ਰੇਟ ਸੁੱਟ ਦੇਣਗੇ। ਜਿਵੇਂ ਪ੍ਰਾਈਵੇਟ ਜਿਹੜੇ ਵੱਡੇ ਵੱਡੇ ਪ੍ਰਾਈਵੇਟ ਜਿਹੜੇ ਰਿਟੇਲ ਸਟੋਰ ਨੇ ਨਾ ਜੀ, ਪ੍ਰਾਈਵੇਟ ਕੰਪਨੀਆਂ ਦੀਆਂ ਦੁਕਾਨਾਂ ਨੇ, ਵੱਡੀਆਂ ਵੱਡੀਆਂ AC ਲੱਗੇ ਹੁੰਦੇ ਜੀ, ਉਹਨਾਂ 'ਚ ਸਬਜ਼ੀਆਂ ਮਹਿੰਗੀਆਂ ਨੇ ਕਿਉਂਕਿ ਉਹ ਪ੍ਰਾਈਵੇਟ ਸੈਕਟਰ ਖਰੀਦ ਕਰਦਾ ਕਿਸਾਨਾਂ ਤੋਂ, ਤੇ ਉਹ ਮਹਿੰਗੀਆਂ ਵੇਚਦੇ ਆ ਬਾਅਦ 'ਚ ਬਹੁਤ ਜ਼ਿਆਦਾ। ਰੇਹੜੀ ਤੇ ਸਬਜ਼ੀਆਂ ਸਸਤੀਆਂ ਨੇ, ਹਾਲਾਂਕਿ ਕਿਸਾਨ ਤੋਂ ਲਗਭਗ ਉਸੇ ਮੁੱਲ 'ਚ ਹੀ ਚੱਕੀ ਜਾਂਦੀ ਹੈ। ਪ੍ਰਾਈਵੇਟ ਸਟੋਰਾਂ ਵਾਲੇ ਵੀ ਕਿਸਾਨ ਤੋਂ ਸਬਜ਼ੀ ਲਗਭਗ ਉਸੇ ਮੁੱਲ 'ਚ ਹੀ ਚੱਕਦੇ ਆ। ਇਹ ਫਰਕ ਹੈ, ਇਹ ਚਿੰਤਾ ਕਿਸਾਨਾਂ ਦੀ। ਹੁਣ ਦੂਜੀ ਗੱਲ, ਜਿਹੜੇ 3 ਕਾਨੂੰਨ ਨੇ, ਸਰਕਾਰ ਇਹਨਾਂ 3 ਕਾਨੂੰਨਾਂ ਦੇ ਵਿੱਚ ਵੀ ਕੁਝ ਅਜਿਹੀਆਂ ਸੋਧਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ ਨਾਲ ਕਿਸਾਨ ਖੁਸ਼ ਹੋ ਜਾਣ ਵੀ ਇਹ ਸਾਡੀ ਮੁੱਖ ਮੰਗ ਸੀ ਤੇ ਅਸੀਂ ਇਹਨੂੰ ਤਿਆਰ ਹਾਂ, ਸਰਕਾਰ ਲੈ ਕੇ ਆਊਗੀ। ਹੁਣ ਕਿਸਾਨ ਤਿਆਰ ਹੁੰਦੇ ਨੇ ਕਿ ਕਿਸਾਨ ਨੂੰ ਉਹ ਸੋਧਾਂ ਪਸੰਦ ਆਉਂਦੀਆਂ ਨੇ ਕਾਨੂੰਨ ਦੀਆਂ ਜਾਂ ਨਹੀਂ ਆਉਂਦੀਆਂ। ਹੁਣ ਸਰਕਾਰ ਠੋਸ ਫੈਸਲੇ ਨਾਲ ਆਊਗੀ ਵੀ ਅਸੀਂ ਤੁਹਾਨੂੰ ਆਹ ਦੇਵਾਂਗੇ, ਅਸੀਂ ਇਹਨਾਂ ਕਾਨੂੰਨਾਂ 'ਚੋਂ ਆਹ ਚੀਜ਼ਾਂ ਖਤਮ ਕਰਾਂਗੇ। ਹੁਣ ਸਰਕਾਰ ਖਾਤਮੇ ਵਾਲੇ ਇਸ ਤਰੀਕੇ ਦੇ ਪ੍ਰਸਤਾਵ ਲੈ ਕੇ ਆਊਗੀ ਜੀ। ਬਾਕੀ ਦੇਖਦੇ ਹਾਂ ਹੁਣ 4 ਜਨਵਰੀ ਦੀ ਮੀਟਿੰਗ ਦੇ ਵਿੱਚ ਜਿਹੜੇ ਸੂਤਰਾਂ ਤੋਂ ਵੱਖ-ਵੱਖ ਗੱਲਾਂ ਆਈਆਂ ਨੇ, ਇਹਦੇ 'ਚੋਂ ਕੀ ਨਿਕਲਦਾ ਜੀ। ਤੇ ਡੱਲਾ ਜੀ, ਇਸ ਕਾਨਫਰੰਸ ਦੇ ਵਿੱਚ ਅਹਿਮ ਗੱਲ ਰਹੀ ਹੈ ਕਿ ਪੰਜਾਬ ਸਰਕਾਰ ਨੂੰ ਇੱਕ ਨਵੀਂ ਗੱਲ ਜਿਹੜੀ ਕਿਸਾਨਾਂ ਨੇ ਕਹੀ ਹੈ ਕਿ ਤੁਸੀਂ ਵੀ ਜਿਹੜਾ ਜਲਦ ਤੋਂ ਜਲਦ ਗੰਨੇ ਦੀ ਕੀਮਤ ਨੂੰ ਲੈ ਕੇ ਕੋਈ ਫੈਸਲਾ ਲਓ ਤੇ ਗੰਨੇ ਦੀ ਕੀਮਤ ਜਿਹੜੀ ਨਿਸ਼ਚਿਤ ਕਰੋ। ਇਹਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਪੰਜਾਬ 'ਚ ਕਿਸਾਨ ਗੰਨਾ ਵੀ ਬੀਜਦੇ ਨੇ ਜੀ, ਹੈ ਜੀ, ਔਰ ਜਿਵੇਂ ਮਿਨੀਮਮ ਸਪੋਰਟ ਪ੍ਰਾਈਸ ਤੈਅ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਗੰਨੇ ਦੇ ਵਿੱਚ SAP ਤੈਅ ਕੀਤਾ ਜਾਂਦਾ ਹੈ, ਸਟੇਟ ਐਡਵਾਈਜ਼ਡ ਪ੍ਰਾਈਸ, SAP। ਇਹ ਗੰਨੇ ਦੇ ਮਾਮਲੇ 'ਚ ਤੈਅ ਕੀਤਾ ਜਾਂਦਾ ਹੈ। ਹੁਣ ਗੰਨੇ 'ਚ ਦਿੱਕਤ ਕੀ ਹੈ? ਪਹਿਲਾਂ ਤਾਂ ਮੈਂ ਸਿੰਘੂ ਬਾਰਡਰ ਤੇ ਚੱਲਦਾ। ਦੇਖੋ, ਸਿੰਘੂ ਬਾਰਡਰ ਦੇ ਕਿਸਾਨਾਂ ਨੇ ਪੰਜਾਬ ਦੀ ਸਰਕਾਰ ਨੂੰ ਵੀ ਅਲਟੀਮੇਟਮ ਦਿੱਤਾ ਜੀ। ਕਿਸਾਨ ਜਥੇਬੰਦੀਆਂ ਇਹ ਸੁਨੇਹਾ ਦੇਣਾ ਚਾਹੁੰਦੀਆਂ ਨੇ ਵੀ ਸਾਡੇ ਪਿੱਛੇ ਨਾ ਤਾਂ ਕੈਪਟਨ ਹੈ ਜੀ, ਸਾਡੇ ਪਿੱਛੇ ਨਾ ਕੇਜਰੀਵਾਲ ਹੈ, ਸਾਡੇ ਪਿੱਛੇ ਨਾ ਸੁਖਬੀਰ ਬਾਦਲ ਹੈ, ਸਾਡੇ ਪਿੱਛੇ ਨਾ ਬੈਂਸ ਹੈ, ਨਾ ਖਹਿਰਾ ਤੇ ਨਾ ਸਿੱਧੂ ਹੈ ਜੀ। ਅਸੀਂ ਕਿਸਾਨੀ ਜਮਾਤ ਹਾਂ ਤੇ ਅਸੀਂ ਆਪਣੇ ਮਸਲੇ ਹੱਲ ਕਰਨ ਦੇ ਲਈ ਆਏ ਹਾਂ, ਠੀਕ ਹੈ ਜੀ। ਹੁਣ ਇਹਦੇ 'ਚ ਕੀ ਹੈ? ਇਹਦਾ ਸੁਨੇਹਾ ਕੀ ਗਿਆ? ਇਹਦਾ ਸੁਨੇਹਾ ਇਹ ਗਿਆ ਵੀ ਕਿਸਾਨਾਂ ਨੇ ਜਿਹੜੀ ਗੱਲ ਦਿੱਲੀੋਂ ਕਹਿਤੀ ਉਹ ਸਰਕਾਰ ਕੋਲੇ ਵੀ ਪਹੁੰਚ ਜਾਣੀ ਹੈ ਵੀ ਇਹਨਾਂ ਨੇ ਤਾਂ ਕੈਪਟਨ ਅਮਰਿੰਦਰ ਨੂੰ ਵੀ ਅਲਟੀਮੇਟਮ ਦਿੱਤਾ, ਭਾਈ ਇਹ ਤਾਂ ਕਿਸਾਨ ਹੀ ਨੇ ਜੀ। ਜਿਹੜੇ ਲੋਕ ਕਹਿੰਦੇ ਸੀ ਵੀ ਇਹਨਾਂ 'ਚ ਕਾਂਗਰਸੀ ਹੈ, ਕਾਂਗਰਸ ਬੈਕ ਤੇ ਹੈ ਜੀ, ਉਹਨਾਂ ਦੇ ਭੁਲੇਖੇ ਸਿੰਘੂ ਬਾਰਡਰ ਵਾਲਿਆਂ ਨੇ ਹੌਲੀ ਹੌਲੀ ਕੱਢ ਦੇਣੇ ਆ ਸਾਰੇ ਜੀ। ਹੁਣ ਪੰਜਾਬ 'ਚ ਵੱਡੀ ਗਿਣਤੀ 'ਚ ਕਿਸਾਨ ਨੇ ਜਿਹੜੇ ਉਹ ਗੰਨੇ ਦੀ ਫਾਰਮਿੰਗ 'ਚ ਨੇ ਜੀ। ਤੁਸੀਂ ਦੇਖੋ, ਹਰ ਸਾਲ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਪੈਂਦੀਆਂ ਨੇ, ਰਸਤੇ ਜਾਮ ਕਰਨੇ ਪੈਂਦੇ ਨੇ ਵੀ ਸਾਨੂੰ ਗੰਨੇ ਦਾ ਬਕਾਇਆ ਦੇ ਦਿਓ, ਗੰਨੇ ਦਾ ਬਕਾਇਆ ਦੇ ਦਿਓ। ਇਸ ਵਾਰ ਕਿਸਾਨ ਆਪਣਾ ਗੰਨਾ ਦੇ ਕੇ ਆਉਂਦਾ, ਅਗਲੇ ਸਾਲ ਤੱਕ ਉਹਨੂੰ ਪੈਸੇ ਨਹੀਂ ਮਿਲਦੇ ਗੰਨੇ ਵਾਲੇ ਨੂੰ। ਔਰ 295 ਤੋਂ ਲੈ ਕੇ 310 ਤੱਕ 2018-19 'ਚ ਜਿਹੜੀ ਵਿਵਸਥਾ ਮਿਲੀ ਸੀ, ਇੰਨਾ ਕੁ ਪ੍ਰਤੀ ਕੁਇੰਟਲ SAP ਸਟੇਟ ਐਡਵਾਈਜ਼ ਪ੍ਰਾਈਸ ਹੈ ਜਿਹੜਾ ਇਹ ਮਾੜਾ ਮੋਟਾ ਹਿਲਦਾ ਜੁਲਦਾ ਰਹਿੰਦਾ। ਗੰਨੇ ਦੇ ਕਿਸਾਨ, ਗੰਨੇ 'ਚ ਕਿੱਥੇ ਪ੍ਰੋਫਿਟ ਹੈ ਜੀ? ਗੰਨੇ 'ਚ ਕਿੱਥੇ ਪ੍ਰੋਫਿਟ ਹੈ ਪੰਜਾਬ ਦੇ ਕਿਸਾਨਾਂ ਨੂੰ? ਪਰ ਜਿਹੜੇ ਖੇਤੀ ਕਰਨ ਵਾਲੇ ਨੇ ਉਹ ਵੀ ਜਿਹੜੀ ਆਪਣੀ ਟਰਾਲੀਆਂ ਗੰਨਿਆਂ ਦੀਆਂ ਮਿੱਲਾਂ 'ਚ ਲਾਹ ਆਉਂਦੇ ਨੇ। ਦੇਖੋ, 7 ਤਾਂ ਪ੍ਰਾਈਵੇਟ ਮਿੱਲਾਂ ਨੇ ਔਰ 9 ਸਾਡੇ ਕੋਆਪਰੇਟਿਵ ਸਹਿਕਾਰਤਾ ਨਾਲ ਜੁੜੀਆਂ ਹੋਈਆਂ ਗੰਨਾ ਮਿੱਲਾਂ ਨੇ। ਹੁਣ ਗੰਨੇ ਦੇ ਕਿਸਾਨਾਂ ਦੀ, ਗੰਨਾ ਬੀਜਣ ਵਾਲੇ ਵੀ ਪੰਜਾਬ ਦੇ ਕਿਸਾਨਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਜੀ। ਇਕੱਲਾ
ਕਣਕ ਝੋਨੇ ਵਾਲੇ ਨਹੀਂ, ਸਾਡੇ ਦੁਆਬੇ 'ਚ ਵੀ ਬਹੁਤ ਹੈ ਗੰਨਾ, ਦੁਆਬੇ ਮਾਝੇ 'ਚ ਵੀ ਬਹੁਤ ਹੈ ਗੰਨਾ ਜੀ, ਨਹੀਂ ਮੁੱਲ ਮਿਲਦਾ। ਸੋ ਹੁਣ ਉਹਨਾਂ ਨੇ ਇਹ ਵੀ ਕਹਿਤਾ ਵੀ ਸਰਕਾਰ ਸਾਡਾ ਬਕਾਇਆ ਦਵਾ ਦੇ, ਕੈਪਟਨ ਅਮਰਿੰਦਰ ਜੀ ਸਾਡਾ ਬਕਾਇਆ ਵੀ ਦਵਾ ਦਿਓ। ਸਾਡਾ ਵਿਰੋਧ ਕੱਲਾ ਭਾਰਤ ਦੀ ਸਰਕਾਰ ਦੇ ਨਾਲ ਨਹੀਂ, ਕੁਝ ਮੁੱਦਿਆਂ ਤੇ ਤੁਹਾਡੀ ਸਰਕਾਰ ਦੇ ਨਾਲ ਵੀ ਹੈ। ਸੋ ਹੁਣ ਕਿਸਾਨਾਂ ਦੀ ਜਿਹੜੀ ਮੰਗ ਹੈ ਤੇ ਕਿਸਾਨਾਂ ਦਾ ਅੰਦੋਲਨ ਹੈ, ਉਹ ਦਿੱਲੀ ਦੇ ਨਾਲ ਨਾਲ ਗੰਨੇ ਵਾਲੇ ਕਾਰੋਬਾਰ 'ਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਗੇ ਵੀ ਹੁਣ ਤੁਸੀਂ ਮੁੱਲ ਦਵਾਓ ਗੰਨੇ ਦਾ ਸਾਨੂੰ ਜੀ, SAP ਜਿਹੜੀ ਵਧਾਓ, ਸਟੇਟ ਐਡਵਾਈਸ ਪ੍ਰਾਈਸ ਵਧਾਓ ਤੇ ਸਾਡਾ ਬਕਾਇਆ ਦਵਾਓ। ਕਰੋੜਾਂ ਰੁਪਏ ਸਰਕਾਰ ਵੱਲ ਬਕਾਇਆ ਪਿਆ ਜੀ ਗੰਨੇ ਦਾ, ਸਰਕਾਰ ਭਾਵ ਮਤਲਬ ਪ੍ਰਾਈਵੇਟ ਔਰ ਕੋਆਪਰੇਟਿਵ ਮਿੱਲਾਂ ਪਰ। ਸੋ ਹੌਲੀ ਹੌਲੀ ਕਰਕੇ ਕਿਸਾਨਾਂ ਨੂੰ ਪੈਸੇ ਦਿੰਦੇ ਨੇ, ਦੇਣੇ ਚਾਹੀਦੇ ਉਹਨਾਂ ਨੂੰ। ਆ ਗੰਨਾ ਮਿੱਲਾਂ ਦੇ ਮਾਲਕ ਨੇ ਨਾ ਜੀ ਜਿਹੜੇ, ਇਹਨਾਂ ਦੀਆਂ ਕਦੀ ਗੱਡੀਆਂ ਦੇਖੋ, ਇੱਕ ਇੱਕ ਗੱਡੀ ਜੇ ਵੇਚ ਦਿੱਤੀ ਜਾਵੇ, ਮੈਨੂੰ ਲੱਗਦਾ ਕਈ ਟਰੈਕਟਰ ਆ ਜਾਣੇ ਆ। ਬਿਲਕੁਲ 10 12 ਤੋਂ ਵੀ ਜ਼ਿਆਦਾ ਟਰੈਕਟਰ ਆ ਜਾਣੇ ਆ। ਕਈ ਤਾਂ ਬਹੁਤ ਮਹਿੰਗੀਆਂ ਹੋ ਗਈਆਂ ਗੱਡੀਆਂ ਹੈ ਜੀ, 50 ਲੱਖ, 1 ਕਰੋੜ, 1.5 ਕਰੋੜ। ਅੱਜ ਕੱਲ੍ਹ ਆ ਜਿਹੜੀ ਗਾਣਿਆਂ 'ਚ ਗਾਉਂਦੇ ਆ ਮੁੰਡੇ, ਆ ਸਿੱਧੂ ਮੂਸੇ ਵਾਲਾ ਜਾਂ ਖਾਣ ਪੈਣੀ ਹੋਣੀ ਅੱਜ ਕੱਲ੍ਹ ਦੇ ਨੌਜਵਾਨ ਜੀ, ਇਹਨਾਂ ਦੇ ਗਾਣਿਆਂ 'ਚ ਜਿਹੋ ਜਿਹੀਆਂ ਗੱਡੀਆਂ ਦਿਖਾਈਆਂ ਜਾਂਦੀਆਂ, ਉਹੋ ਜਿਹੀਆਂ ਗੱਡੀਆਂ ਤਾਂ ਉਦਯੋਗਪਤੀ ਰੱਖੀ ਬੈਠੇ। ਬਿਲਕੁਲ ਉਹ ਮੁੰਡੇ ਤਾਂ ਚਲੋ ਸ਼ਾਇਦ ਕਿਰਾਏ ਤੇ ਲੈ ਕੇ ਗਾਣੇ ਗੁਣੇ ਕਰਦੇ ਹੋਣ, ਹੋ ਸਕਦਾ ਕਿਸੇ ਇੱਕ ਦੀ ਉਹਨਾਂ ਦੀ ਆਪਣੀ ਵੀ ਹੋਵੇ ਵਿੱਚ, ਉਹਨਾਂ ਨੇ ਵੀ ਚੰਗੇ ਮਿਹਨਤਾਂ ਕੀਤੀਆਂ ਨੇ। ਪਰ ਕਿਸਾਨ ਨੂੰ ਕੁਝ ਨਹੀਂ ਮਿਲਦਾ ਤੇ ਮਾਲਕ ਵੱਡੀਆਂ ਗੱਡੀਆਂ ਬਣਾ ਲੈਂਦੇ ਨੇ ਜੀ। ਇਹ ਭਾਵੇਂ ਠੀਕ ਹੈ, ਉਹਨਾਂ ਦਾ ਹੱਕ ਹੈ, ਉਹ ਪੈਸੇ ਕਮਾ ਰਹੇ ਨੇ ਮਿੱਲਾਂ ਚਲਾ ਕੇ, ਉਹ ਇੱਕ ਛੱਡ ਜਹਾਜ਼ ਲਿਆਉਣ, ਸਾਨੂੰ ਕੀ ਇਤਰਾਜ਼ ਹੈ। ਪਰ ਗੱਲ ਇਹ ਹੈ, ਇੱਕ ਸਮਾਜਿਕ ਸੰਤੁਲਨ ਦੀ ਗੱਲ ਹੈ, ਇੱਕ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਗੱਲ ਹੈ ਜੀ, ਸਮਾਜ ਪ੍ਰਤੀ, ਕਿਸਾਨੀ ਪ੍ਰਤੀ ਜ਼ਿੰਮੇਵਾਰੀ ਦੀ ਗੱਲ ਹੈ, ਮੁਹੱਬਤ ਦੀ ਭਾਵਨਾ ਦੀ ਗੱਲ ਹੈ। ਬਾਕੀ ਜਹਾਜ਼ ਵੀ ਲਿਆਉਣ, ਉਹ ਆਪਾਂ ਨੂੰ ਕੋਈ ਇਤਰਾਜ਼ ਨਹੀਂ ਜੀ। ਉੱਪਰ ਲੰਘਿਆ ਗੁਰੂ ਸਮਾਨ 'ਚ ਅਸੀਂ ਖੁਸ਼ ਹੋ ਜਾ ਕਰਾਂਗੇ ਜਹਾਜ਼ ਦੇਖ ਕੇ ਜੀ। ਤੇ ਡੱਲਾ ਜੀ, ਇੱਕ ਬੀਤੇ ਦਿਨੀ ਬਰਬੀਰ ਸਿੰਘ ਰਾਜੇਵਾਲ ਸਟੇਜ ਦੇ ਉੱਤੋਂ ਸੰਬੋਧਨ ਕਰ ਰਹੇ ਸਨ ਸਿੰਘੂ ਬਾਰਡਰ ਤੇ, ਉਹਨਾਂ ਨੇ ਇੱਕ ਗੱਲ ਕਹੀ ਕਿ ਜਦੋਂ ਅਸੀਂ ਮੀਟਿੰਗ ਕਰਕੇ ਆਏ, ਉਸ ਮੀਟਿੰਗ ਦੇ ਦੌਰਾਨ ਸਾਨੂੰ ਜੋ ਮੰਤਰੀਆਂ ਨੇ ਕਿਹਾ ਕਿ ਤੁਸੀਂ ਜੋ ਰਿਪੀਲ ਸ਼ਬਦ ਵਰਤ ਰਹੇ ਹੋ, ਇਹਦੀ ਜਗ੍ਹਾ ਕੋਈ ਹੋਰ ਸ਼ਬਦ ਲਿਆਓ ਤੇ ਸਾਡੀ ਵੀ ਜਿਹੜੀ ਇੱਜ਼ਤ ਰਹਿ ਜਾਵੇ ਤੇ ਤੁਹਾਡਾ ਵੀ ਜਿਹੜਾ ਜੋ ਤੁਸੀਂ ਤੁਹਾਡੀਆਂ ਮੰਗਾਂ ਉਹ ਵੀ ਪੂਰੀਆਂ ਹੋਣ। ਇਹਨੂੰ ਕਿੱਦਾਂ ਵੇਖ ਰਹੇ ਹੋ ਤੁਸੀਂ? ਦੇਖੋ, ਅਨਅਫੀਸ਼ੀਅਲ ਗੱਲਾਂ ਮੀਟਿੰਗ 'ਚ ਬਹੁਤ ਸਾਰੀਆਂ ਹੁੰਦੀਆਂ, ਜਿਵੇਂ ਲੰਗਰ ਛਕਦੇ ਹੋਏ, ਚਾਹ ਪੀਂਦੇ ਹੋਏ। ਕਈ ਵਾਰੀ ਦੇਖੋ, ਮੰਤਰੀ ਵੀ ਅਸਲ ਦੇ ਵਿੱਚ ਉਹੀ ਇਨਸਾਨ ਨੇ, ਉਹੀ ਸਧਾਰਨ ਲੋਕ ਨੇ ਜਿਹੜੇ ਕਿਸਾਨਾਂ ਦੇ ਸਮਰਥਨ ਨਾਲ ਜਿੱਤ ਕੇ ਗਏ ਨੇ ਜੀ। ਮੰਤਰੀਆਂ ਨੂੰ ਇੱਕੋ ਦਮ ਕੋਈ, ਜਦੋਂ ਕੋਈ ਦੇਖੋ ਕੋਈ ਬੰਦਾ ਸਧਾਰਨ ਵਿਅਕਤੀ ਸੀ, ਉਹ MLA ਬਣ ਗਿਆ, MP ਬਣ ਗਿਆ, ਮੰਤਰੀ ਬਣ ਗਿਆ ਜੀ, ਇੱਕੋ ਦਮ ਉਹਨੇ ਖੇਤੀਬਾੜੀ ਦੀ BSc ਨਹੀਂ ਕਰ ਲਈ, BSc ਐਗਰੀਕਲਚਰ ਨਹੀਂ ਹੋ ਗਿਆ ਉਹ ਜੀ, ਹੈ ਨਹੀਂ, ਉਹਨੇ PhD ਨਹੀਂ ਕਰ ਲਈ ਖੇਤੀਬਾੜੀ ਦੀ। ਫਾਈਨਾਂਸ ਮਿਨਿਸਟਰ ਹੈ, ਉਹਨੇ ਵੀ PhD ਨਹੀਂ ਕਰ ਲਈ ਫਾਈਨਾਂਸ ਦੀ, ਹੋ ਸਕਦਾ ਕੋਈ MBA ਬਿਜ਼ਨਸ ਮੈਨੇਜਮੈਂਟ ਕੀਤਾ ਵੀ ਹੋਵੇ, ਮੈਂ ਉਦਾਹਰਨ ਦੇ ਰਿਹਾ। ਹੁਣ ਅਰੁਣ ਜੇਤਲੀ ਸਾਹਿਬ ਸੀ, ਉਹਦਾ ਵਕੀਲ ਸੀ, ਫਾਈਨਾਂਸ ਮਿਨਿਸਟਰ। ਕਿੱਥੇ ਵਕੀਲ ਜੀ, ਕਾਨੂੰਨ ਦਾ ਜਾਣਕਾਰ, ਕਿੱਥੇ ਉਹ ਫਾਈਨਾਂਸ ਮਿਨਿਸਟਰ ਬਣਾਤੇ, ਫਾਈਨਾਂਸ ਦੇ ਜਾਣਕਾਰ। ਤਾਂ ਹੀ ਸੁਖਬੀਰ ਕਹਿੰਦਾ ਸੀ ਨਾ ਵੀ ਟਰੱਕ ਭਰ ਆਪਾਂ ਮੰਗਾਵਾਂਗੇ ਜੇਤਲੀ ਸਾਹਿਬ ਤੋਂ, ਉਹ ਨਹੀਂ ਭੇਜੇ ਉਹਨਾਂ ਨੇ। ਹੁਣ ਬੀਬੀ ਸਮ੍ਰਿਤੀ ਇਰਾਨੀ ਦੇਖੋ, ਉਹਨਾਂ ਦਾ ਕਿਹੜਾ ਫੀਲਡ ਸੀ ਪਹਿਲਾਂ, ਉਹ ਕਿਹੜੇ ਫੀਲਡ 'ਚ, ਪਹਿਲਾਂ ਉਹ ਐਜੂਕੇਸ਼ਨ ਦੇ ਵਿੱਚ ਸੀ। ਉਹਨਾਂ ਦਾ ਦੇਖੋ ਕਿੱਡਾ ਵਿਵਾਦ ਵੀ ਹੋਇਆ ਉਹਨਾਂ ਦੀ ਡਿਗਰੀ ਨੂੰ ਲੈ ਕੇ ਜੀ, ਸਿੱਖਿਆ ਦੀ ਡਿਗਰੀ ਨੂੰ ਲੈ ਕੇ। ਫਿਰ ਉਹਨਾਂ ਨੂੰ ਹੁਣ ਉਹ ਕੱਪੜੇ ਵਾਲੇ ਮਹਿਕਮੇ 'ਚ ਨੇ, ਟੈਕਸਟਾਈਲ 'ਚ ਜੀ, ਕਿਹੜਾ ਫੀਲਡ ਸੀ ਉਹਨਾਂ ਦਾ। ਸੋ ਇਸ ਕਰਕੇ ਹੁਣ ਇਹ ਜਿਹੜੇ ਮੰਤਰੀ ਵੀ ਹੁੰਦੇ ਨੇ, ਮੰਤਰੀ ਵੀ ਤਕਨੀਕੀ ਤੌਰ ਤੇ ਚੀਜ਼ਾਂ ਨੂੰ ਸਮਝਦੇ, ਹੌਲੀ ਹੌਲੀ ਸਮਝਦੇ ਆ। ਹੁਣ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਹੈ, ਇਹਨਾਂ ਨੂੰ ਵੀ ਬਹੁਤ ਸਾਰੀਆਂ ਬਰੀਕੀਆਂ ਕਿਉਂਕਿ ਹੌਲੀ ਪਤਾ ਲੱਗਣੀਆਂ ਨੇ ਜੀ। ਉਹ ਤਾਂ ਹੀ ਤਾਂ ਕਹਿੰਦੇ ਨੇ ਵੀ ਤੁਸੀਂ ਆ ਜਿਹੜਾ ਸ਼ਬਦ ਵਰਤਦੇ ਹੋ ਸਿੱਧਾ ਵੀ ਇਹਦੀ ਜਗ੍ਹਾ ਕੋਈ ਪੋਲਾ ਸ਼ਬਦ ਵਰਤ ਲਓ ਜੀ। ਗੱਲ ਸਿਰਫ ਇਹੀ ਹੈ ਕਿ ਕਿਸਾਨ ਨੇ ਜਿਹੜੇ ਉਹ ਗੂੰਦ ਵਾਂਗ ਚਿਪਕ ਗਏ, ਜੁੜ ਗਏ ਕਿਸਾਨ, ਜਾਂ ਇਹ ਕਹਿ ਲਈਏ ਵੀ ਇੱਟ ਵਰਗੇ ਫੌਲਾਦੀ ਇਰਾਦੇ ਨੇ ਉਹਨਾਂ ਦੇ, ਪੱਕੇ ਇਰਾਦੇ ਨੇ ਜੀ, ਵੀ ਉਹ ਲੋਹਾ ਨਹੀਂ ਜਿਹੜਾ ਭੱਠੀ 'ਚ ਪਾਓ ਤੇ ਢਲ ਜੂ ਜੀ। ਸੋ ਇਸ ਕਰਕੇ ਸਰਕਾਰ ਤੇ ਕਿਤੇ ਨਾ ਕਿਤੇ ਜਾਇਜ਼ ਮੰਗਾਂ ਦਾ ਦਬਾਅ ਬਣ ਗਿਆ। ਸਰਕਾਰ ਤੇ ਦਬਾਅ ਕਿਉਂ ਬਣ ਗਿਆ? ਕਿਉਂਕਿ ਸਰਕਾਰ ਨੇ ਇਸ ਅੰਦੋਲਨ ਨੂੰ ਪਹਿਲਾਂ ਹਲਕੇ 'ਚ ਲੈ ਲਿਆ ਜੀ। 2 ਮਹੀਨੇ ਕਿਸਾਨ, ਉਦੋਂ ਠੰਡਾ ਦੀ ਸ਼ੁਰੂਆਤ ਸੀ, ਤਿਉਹਾਰ ਮਨਾ ਰਹੇ ਸੀ ਸਾਰੇ ਲੋਕ, ਦੀਵਾਲੀਆਂ ਮਨਾ ਰਹੇ ਸੀ ਮੰਤਰੀ ਕੋਠੀਆਂ 'ਚ, ਸਰਕਾਰੀ 'ਚ, ਤੇ ਕਿਸਾਨ ਸਾਡੇ ਸੜਕਾਂ ਤੇ ਸੀ, ਕੋਈ ਰੇਲਵੇ ਸਟੇਸ਼ਨਾਂ ਦੇ ਬਾਹਰ ਸੀ, ਦੀਵਾਲੀ ਨਹੀਂ ਮਨਾਈ। ਤੇ ਉਹ 2 ਮਹੀਨੇ ਤਾਂ ਸਰਕਾਰ ਢਲੀ ਨਹੀਂ ਹੋਈ ਜੀ। ਹੁਣ ਜਦੋਂ ਦੇਖੋ 38ਵਾਂ ਦਿਨ ਇੱਥੇ ਹੋ ਗਿਆ, 2 ਮਹੀਨੇ ਪੰਜਾਬ 'ਚ ਲਾਤੇ, 3.25 ਮਹੀਨੇ ਨੂੰ ਅੰਦੋਲਨ ਹੋਣ ਵਾਲਾ ਹੈ, ਤੇ ਉਹ ਕਹਿੰਦੇ 6 ਮਹੀਨੇ ਹੋਰ ਸਾਨੂੰ ਪਰਵਾਹ ਕੋਈ ਨਹੀਂ ਜੀ। ਇਸ ਕਰਕੇ ਸਰਕਾਰ ਦੇ ਹੁਣ ਦਿਮਾਗ ਤੇ ਇਹ ਚੀਜ਼ ਆ ਗਈ ਵੀ ਹੁਣ ਇੱਕ ਕਰਕੇ ਦੇਖੋ ਹਿਮਾਚਲ ਤੋਂ ਵੀ ਜੱਥੇ ਜਾਣ ਲੱਗ ਗਏ ਕਿਸਾਨਾਂ ਦੇ,
ਹਿਮਾਚਲ 'ਚ ਤਾਂ ਬੀਜੇਪੀ ਦੀ ਸਰਕਾਰ ਹੈ ਨਾ ਜੀ ਹਰਿਆਣੇ ਵਾਲੇ ਮੁੱਖ ਮੰਤਰੀ ਦਾ ਵਹਿਮ ਤਾਂ ਕੱਢਤਾ ਲੋਕਾਂ ਨੇ ਆ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜੀ ਪੰਚਕੂਲਾ ਜਿੱਤੇ ਆ ਸੋਨੀਪਤ ਵੀ ਹਾਰ ਗਏ ਅੰਬਾਲਾ ਵੀ ਹਾਰ ਗਏ ਫਟੀ ਪੋਚਤੀ ਕਿਸਾਨਾਂ ਨੇ ਜਿਵੇਂ ਸਕੂਲ 'ਚ ਅਸੀਂ ਪੋਚਦੇ ਹੁੰਦੇ ਸੀ ਆਪਣੀ ਜੀ ਨਵੇਂ ਸ਼ਬਦ ਲਿਖਣ ਲਈ ਲੋਕਾਂ ਨੇ ਪੋਚਤੀ ਫਟੀ ਅੰਬਾਲੇ 'ਚ ਹੁਣ ਹਿਮਾਚਲ ਤੋਂ ਵੀ ਲੋਕ ਜਾਣ ਲੱਗ ਗਏ ਉੱਤਰ ਪ੍ਰਦੇਸ਼ ਤੋਂ ਆ ਰਹੇ ਰਾਜਸਥਾਨ ਤੋਂ ਆ ਰਹੇ ਆ ਕੇਰਲ ਵਾਲਿਆਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਰੱਦ ਕਰਤੇ ਸੋ ਕਈ ਥਾਂ ਹੋਰ ਬੀਜੇਪੀ ਦੇ ਲੀਡਰ ਨੇ ਜਿਹੜੇ ਉਹ ਵੀ ਗੱਲ ਕਹਿਣ ਲੱਗ ਗਏ ਵੀ ਅਗਰ ਇੰਨੀ ਵੱਡੀ ਜਨਸੰਖਿਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਯੂਪੀ ਬਿਹਾਰ ਐਡੀ ਵੱਡੀ 80 ਦੇ ਕਰੀਬ ਜਥੇਬੰਦੀਆਂ ਹੋ ਗਈਆਂ ਕਿਸਾਨਾਂ ਦੀਆਂ ਵੱਡੀਆਂ ਵੱਡੀਆਂ ਦੇਖੋ ਜਿਹੜੀਆਂ ਸਮਰਥਨ ਕਰਨ ਵਾਲੀਆਂ ਜਥੇਬੰਦੀਆਂ ਆਉਂਦੀਆਂ ਨਾ ਉਹ ਚੁੱਪ ਚਪੀਤੇ ਆਉਂਦੀਆਂ ਮੰਤਰੀ ਸਾਹਿਬ ਕੋਲੇ ਜੀ ਚਾਹ ਚੂ ਪੀਂਦੇ ਮੰਗ ਪੱਤਰ ਦਿੰਦੇ ਧੰਨਵਾਦ ਪੱਤਰ ਦਿੰਦੇ ਤੇ ਮੰਤਰੀ ਸਾਹਿਬ ਕਹਿ ਦਿੰਦੇ ਵੀ ਅੱਜ ਸਾਨੂੰ ਇੱਕ ਜਥੇਬੰਦੀ ਮਿਲੀ ਉਹਨਾਂ ਨੂੰ ਕਹੋ ਸਮਰਥਨ ਵਾਲੀਆਂ ਨੂੰ ਤੁਸੀਂ ਦਿਖਾਓ ਐਡਾ ਜਲਵਾ ਆ ਠੰਡ 'ਚ ਬੈਠੇ ਆ ਜੇ ਤੁਸੀਂ ਐਡੇ ਕੁ ਸਮਰਥਕ ਹੋ ਖੇਤੀ ਕਾਨੂੰਨਾਂ ਦੇ ਜਿਹੜੀਆਂ ਜਥੇਬੰਦੀਆਂ ਸਮਰਥਕ ਨੇ ਵੀ ਤੁਸੀਂ ਦਿੱਲੀ ਨਹੀਂ ਲਾਉਣਾ ਕਿਤੇ ਹੋਰ ਲਾ ਲਓ ਟੈਂਟ ਲਾ ਲਓ ਇੱਕ ਜਗ੍ਹਾ ਇਕੱਠੇ ਹੋ ਜਾਓ ਪੈਲਸ ਪੁਲਿਸ 'ਚ ਇਕੱਠੇ ਹੋ ਜਾਓ ਜੀ ਉਹ ਸ਼ਕਲਾਂ ਤਾਂ ਦਿਖਾ ਦਿਓ 5-7-10 ਹਜ਼ਾਰ ਬੰਦੇ ਦੀ ਜਿਹੜੇ ਸਮਰਥਨ 'ਚ ਹੈ ਗਗਨ ਜੀ ਬਿਲਕੁਲ ਸੋ ਉਹ ਚੁੱਪ ਚਪੀਤੇ ਸਮਰਥਨ ਕਰਕੇ ਚਲੇ ਜਾਂਦੇ ਨੇ ਤੇ ਸਰਕਾਰ ਉਹ ਚੁੱਪ ਚਪੀਤਿਆਂ ਦੇ ਸਮਰਥਨ ਨੂੰ ਹੀ ਪ੍ਰਚਾਰ ਕਰੀ ਜਾਂਦੀ ਹੈ ਕਿ आज हमको कुछ जथेबंदियां मिली थी वो समर्थन में है सरकार ਨੂੰ ਕਹੋ ਉਹਨਾਂ ਦੀ ਨਮਾਇਸ਼ ਲਾਓ ਇਕੱਠੇ ਕਰਕੇ ਸਾਰਿਆਂ ਨੂੰ ਉਹਨਾਂ ਨੂੰ ਕਹੋ ਕਰੋ ਆਪਣੀ ਰੈਲੀ ਇਸ ਕਰਕੇ ਕਿਉਂਕਿ ਇੱਧਰ 80 ਜਥੇਬੰਦੀਆਂ ਨੇ ਦੇਸ਼ ਦੀਆਂ ਸੋ ਸਰਕਾਰ ਨੂੰ ਇਹ ਚਾਹੀਦਾ ਵੀ ਜਿੱਥੇ 70-80 ਜਥੇਬੰਦੀਆਂ ਹੋ ਗਈਆਂ ਆਪਾਂ ਉਹਨਾਂ ਦੀ ਗੱਲ ਮੈਂ ਕਹਿੰਦਾ ਕਿ ਕਾਨੂੰਨ ਭਾਵੇਂ ਫਾਇਦੇਮੰਦ ਹੀ ਹੋਣ ਪਰ ਜਦੋਂ ਐਡੀ ਵੱਡੀ ਗਿਣਤੀ 'ਚ ਸਾਡੇ ਲੋਕ ਉਹ ਕਹਿ ਰਹੇ ਨੇ ਕਿ ਸਾਨੂੰ ਨਹੀਂ ਫਾਇਦੇਮੰਦ ਲੱਗ ਰਹੇ ਤੇ ਆਪਾਂ ਉਹਨਾਂ ਦੀ ਗੱਲ ਨੂੰ ਵੀ ਬਰਾਬਰ ਸੁਣੀਏ ਨਾ ਜੀ ਵੀ ਆਪਾਂ ਇਸ ਗੱਲ ਤੇ ਨਾ ਅੜੀਏ ਵੀ ਨਹੀਂ ਕਾਨੂੰਨ ਸਹੀ ਹੈ ਆਪਾਂ ਇਹ ਕਹੀਏ ਵੀ ਅਗਰ ਐਡੀ ਵੱਡੀ ਗਿਣਤੀ 'ਚ ਵਸੋਂ ਸਾਡੇ ਲੋਕ ਨਹੀਂ ਪਸੰਦ ਕਰ ਰਹੇ ਤੇ ਆਪਾਂ ਇੱਕ ਵਾਰੀ ਕਾਨੂੰਨ ਸਸਪੈਂਡ ਕਰਕੇ ਹੀ ਉਹਨਾਂ ਨਾਲ ਗੱਲ ਕਰ ਲਈਏ ਵੀ ਕੋਈ ਨਹੀਂ ਆਪਾਂ 2-3 ਮਹੀਨਿਆਂ 'ਚ ਫਿਰ ਫੈਸਲੇ ਕਰ ਲਾਂਗੇ ਸੋ ਗੱਲ ਮੁਕਾਉਣ ਵਾਲੇ ਪਾਸੇ ਸਰਕਾਰ ਨੂੰ ਚੱਲਣਾ ਚਾਹੀਦਾ ਸੀ ਪਹਿਲਾਂ ਹੁਣ ਤਾਂ ਅੰਦੋਲਨ ਇੰਨਾ ਜ਼ਿਆਦਾ ਭੱਗ ਗਿਆ ਕਿਸਾਨਾਂ ਦੀ ਸਿੱਧੀ ਲੋਕਤੰਤਰ 'ਚ ਚੇਤਾਵਨੀ ਆ ਵੀ ਅਸੀਂ ਤਾਂ ਸ਼ਾਂਤੀਪੂਰਵਕ ਬੈਠੇ ਹਾਂ ਕਰੋ ਮਸਲੇ ਦਾ ਹੱਲ ਸੋ ਮੈਂ ਇਹ ਵੀ ਕਹੂੰਗਾ ਗਗਨ ਕਿ ਕਿਸਾਨਾਂ ਦੇ ਇਸ ਅੰਦੋਲਨ ਨੇ ਭਾਰਤ ਦੀ ਅਸਲੀ ਡੈਮੋਕ੍ਰੇਸੀ ਦੇ ਦਰਸ਼ਨ ਕਰਾਤੇ ਅਸਲੀ ਲੋਕਤੰਤਰ ਕੀ ਹੈ ਅਸਲੀ ਲੋਕਤੰਤਰ ਦੇ ਵਿੱਚ ਲੋਕ ਔਰ ਲੋਕਾਂ ਦੀ ਰਾਏ ਵੀ ਵੱਡੀ ਹੁੰਦੀ ਹੈ ਜੀ ਭਾਵੇਂ ਸਰਕਾਰ ਚੁਣਨ ਤੋਂ ਬਾਅਦ ਇਹ ਮੰਨਿਆ ਜਾਂਦਾ ਵੀ ਸਰਕਾਰ ਹੀ ਫੈਸਲੇ ਕਰੂ ਪਰ ਜੇ ਕੁਝ ਸਰਕਾਰ ਲੋਕਾਂ ਨੂੰ ਸਮਝਾ ਬੁਝਾ ਕੇ ਫੈਸਲਾ ਨਹੀਂ ਕਰਦੀ ਦੇਖੋ ਜਿਹੜੀ ਗੱਲ ਅੱਜ ਇਹ ਕਰ ਰਹੇ ਨੇ ਮੰਤਰੀ ਕਿ ਕਾਨੂੰਨ ਚੰਗੇ ਨੇ ਅਸੀਂ ਫਾਇਦੇ ਸਮਝਾਉਣੇ ਆ ਕਾਲੀ 'ਚ ਆਰਡੀਨੈਂਸ ਨਾ ਲਿਆਉਂਦੇ ਜੂਨ 'ਚ ਉਦੋਂ ਦੇਖੋ ਐਡੀ ਮਹਾਮਾਰੀ ਫੈਲੀ ਹੋਈ ਸੀ ਉਦੋਂ ਆਰਡੀਨੈਂਸ ਲਿਆਂਦਾ ਮੁੜ ਕੇ ਜਲਦੀ ਪਾਸ ਵੀ ਕਰਤਾ ਪਾਰਲੀਮੈਂਟ 'ਚ ਥੋੜਾ ਸਮਾਂ ਪਾ ਲੈਂਦੇ ਜੀ ਹੈ ਜੀ ਬਿਲਕੁਲ ਇੰਨੀ ਕਾਲੀ ਤਾਂ ਅਸੀਂ ਵਿਆਹ ਤੇ ਜਾਣ ਲਈ ਸੂਟ ਸਮਾਉਣ ਨੂੰ ਨਹੀਂ ਕਰਦੇ ਵਿਆਹ ਤੋਂ ਇੱਕ ਅੱਧਾ ਦਿਨ ਪਹਿਲਾਂ ਹੀ ਸਾਡਾ ਸੂਟ ਬਣ ਕੇ ਆਉਂਦਾ ਨਾ ਜੀ ਵੀ ਗਗਨ ਦੇ ਵਿਆਹ 'ਚ ਜਾਣਾ ਤੇ ਸੂਟ ਇੱਕ ਅੱਧਾ ਦਿਨ ਪਹਿਲਾਂ ਹੀ ਮੇਰਾ ਆਉਣਾ ਮਸਾ ਬਣ ਕੇ ਕਿਉਂ ਗਏ ਜੀ ਤੇ ਕਿਸੇ ਦੇ ਵੀ ਵਿਆਹ 'ਚ ਵੀ ਉਧਰ ਵਿਆਹ ਤੇ ਜਾਣਾ ਹੁੰਦਾ ਅਗਲੇ ਦਿਨ ਉਸੇ ਦਿਨ ਸ਼ਾਮ ਨੂੰ ਹੀ ਆਪਾਂ ਸੂਟ ਸਾਟ ਸਮਾ ਕੇ ਟੇਲਰ ਤੋਂ ਦਵਾ ਦਾ ਪ੍ਰੈਸ ਕੋਲੇ ਬਹਿ ਕੇ ਕਰਾਉਂਦੇ ਆ ਕਈ ਵਾਰੀ ਤਾਂ ਬਿਲਕੁਲ ਮਤਲਬ ਕਿ ਸਮਾਂ ਲੈ ਕੇ ਹਰ ਚੀਜ਼ ਹੁੰਦੀ ਹੈ ਕਿਉਂਕਿ ਅਸੀਂ ਹੋਰ ਪ੍ਰਬੰਧਾਂ 'ਚ ਵੀ ਰੁੱਝੇ ਹੁੰਦੇ ਹਾਂ ਸੋ ਐਡੀ ਕਾਹਲੀ ਨਾਲ ਜਿਹੜਾ ਕੰਮ ਕੀਤਾ ਉਹਦਾ ਨੁਕਸਾਨ ਹੋਇਆ ਅਗਰ ਕੋਈ ਫਾਇਦੇ ਵਾਲੀਆਂ ਗੱਲਾਂ ਵੀ ਸੀ ਕਾਨੂੰਨ 'ਚ ਤੇ ਉਦੋਂ ਸਮਝਾਈਆਂ ਜਾ ਸਕਦੀਆਂ ਸੀ ਹੁਣ ਨਹੀਂ ਹੁਣ ਤਾਂ ਜੋ ਕੁਝ ਹੋਊਗਾ ਮੀਟਿੰਗਾਂ 'ਚ ਹੀ ਹੋਊਗਾ ਬਿਲਕੁਲ ਤੇ ਹੁਣ ਡੱਲਾ ਜੀ ਆਪਾਂ ਦਿੱਲੀ ਦੇ ਵੱਲੋਂ ਪੰਜਾਬ ਦੀ ਸਿਆਸਤ ਦੇ ਵੱਲ ਨੂੰ ਮੋੜਾ ਮਾਰੀਏ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹੁਣ ਨਵੇਂ ਭੁਚਾਲ ਦੀਆਂ ਤਿਆਰੀਆਂ ਨੇ ਹਾਲਾਂਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਹੈ ਪਰ ਫਿਰ ਵੀ ਵੱਖ-ਵੱਖ ਤਰ੍ਹਾਂ ਅਕਾਲੀ ਦਲ ਵੀ ਜਾ ਕੇ ਸਟੇਟ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਉਧਰ ਭਾਜਪਾ ਦੇ ਨੁਮਾਇੰਦੇ ਵੀ ਮਿਲ ਕੇ ਆਏ ਨੇ ਕਿ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਹੁਣ ਜਿਹੜੀਆਂ ਅਗਲੀਆਂ ਰਣਨੀਤੀਆਂ ਨੇ ਉਹਨਾਂ ਨੂੰ ਵੀ ਵੇਖਿਆ ਜਾ ਰਿਹਾ ਦੇਖੋ ਇੱਕ ਤਰੀਕੇ ਨਾਲ ਅਕਾਲੀ ਦਲ ਤੇ ਬੀਜੇਪੀ ਦੀ ਚਿੰਤਾ ਲਗਭਗ ਇੱਕੋ ਜਿਹੀ ਹੈ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਸਮਾਂ ਚੁਣੌਤੀਪੂਰਵਕ ਹੈ ਬੀਜੇਪੀ ਨੂੰ ਵੀ ਪਤਾ ਹੈ ਦੋਨਾਂ ਨੂੰ ਇਸ ਕਰਕੇ ਪਤਾ ਹੈ ਕਿ ਜਦੋਂ ਇਹ ਬਿੱਲ ਪਾਸ ਹੋਏ ਨੇ ਕਾਨੂੰਨ ਬਣੇ ਨੇ ਉਦੋਂ ਤਾਂ ਦੋਵੇਂ ਇਕੱਠੇ ਸੀ ਨਾ ਉਦੋਂ ਤਾਂ ਅੰਬ ਤੇ ਗੁਠਲੀ ਇੱਕੋ ਹੀ ਸੀ ਜੀ ਸੋ ਇਸ ਕਰਕੇ ਅਕਾਲੀ ਭਾਜਪਾ ਵਾਲੇ ਉਦੋਂ ਇਕੱਠੇ ਸੀ ਬਾਅਦ ਚ ਵੱਖਰੇ ਹੋਏ ਨੇ ਜਦੋਂ ਕਿਸਾਨਾਂ ਦਾ ਰੋਹ ਆਇਆ ਫਿਰ ਅਕਾਲੀ ਦਲ ਨੇ ਛੱਡਿਆ ਸਾਥ ਅਸਤੀਫਾ ਦਿੱਤਾ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੀ ਤੇ ਮੈਨੂੰ ਇਹ ਲੱਗਦਾ ਕਿ ਸਾਡੇ ਕਿਸਾਨ ਸੰਗਠਨਾਂ ਨੇ ਵੀ ਨਹੀਂ ਇਹ ਗੱਲ ਮੰਨੀ ਕਿ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਅਸਤੀਫਾ ਦੇ ਕੇ ਇਹ ਵੀ ਨਹੀਂ ਕਿਹਾ ਕਿਸਾਨ ਸੰਗਠਨਾਂ ਨੇ ਵੀ ਹਰਸਿਮਰਤ ਕੌਰ ਬਾਦਲ ਨੇ ਕੁਰਬਾਨੀ ਦਿੱਤੀ ਭਾਵੇਂ ਅਕਾਲੀ ਦਲ ਵਾਲੇ ਕਹੀ ਜਾਣ ਸ਼ੁਰੂ 'ਚ ਕਹਿੰਦੇ ਸੀ ਵੀ ਕੁਰਬਾਨੀ ਦਿੱਤੀ ਸਟੇਟ ਪਿੱਛੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਕੁਰਸੀ ਛੱਡਤੀ ਠੀਕ ਹੈ ਕੁਰਸੀ ਛੱਡਤੀ ਉਹ ਛੱਡਣੀ ਪੈਣੀ ਸੀ ਕਿਉਂਕਿ ਇਹਨਾਂ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਨਾ
ਸੋ ਹੁਣ ਅਕਾਲੀ ਦਲ ਵੀ ਚਾਹੁੰਦਾ ਕਿ ਚੋਣਾਂ ਅੱਗੇ ਪੈ ਜਾਣ, ਬੀਜੇਪੀ ਵਾਲੇ ਵੀ ਚਾਹੁੰਦੇ ਆ ਚੋਣਾਂ ਅੱਗੇ ਪੈ ਜਾਣ। ਬੀਜੇਪੀ ਵਾਲੇ ਤਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਮਿਲ ਕੇ ਆਏ ਨੇ, ਇਹ ਕਹਿੰਦੇ ਸਾਨੂੰ ਪੁਲਿਸ ਤੋਂ ਵੀ ਭੁਲੇਖਾ ਪੈ ਰਿਹਾ ਵੀ ਪੁਲਿਸ ਪਤਾ ਨਹੀਂ ਕਿਹਦੇ ਵੱਲ ਦੀ ਹੈ, ਇਹਨਾਂ ਨੂੰ ਪੁਲਿਸ ਤੇ ਵੀ ਭਰੋਸਾ ਨਹੀਂ ਹੈ। ਕਹਿੰਦੇ ਪੁਲਿਸ ਜਿਹੜੀ ਸਰਕਾਰ ਦੇ ਹਮਾਇਤੀ ਹੈ ਜੀ, ਸਰਕਾਰ ਕਹਿੰਦੀ ਪੁਲਿਸ ਨਿਰਪੱਖ ਹੈ। ਜਦੋਂ ਇਹਨਾਂ ਦਾ ਰਾਜ ਸੀ ਉਦੋਂ ਵਿਰੋਧੀ ਧਿਰਾਂ ਕਹਿੰਦੇ ਹੁੰਦੇ ਸੀ ਵੀ ਅਕਾਲੀ ਭਾਜਪਾ 'ਚ ਪੁਲਿਸ ਇਹਨਾਂ ਨਾਲ ਮਿਲੀ ਹੋਈ ਹੈ। ਸੋ ਪੁਲਿਸ ਤਾਂ ਦੇਖੋ, ਉਹ ਤਾਂ ਸਰਕਾਰੀ ਅਫਸਰ ਨੇ, ਮੁਲਾਜ਼ਮ ਨੇ, ਉਹਨਾਂ ਨੇ ਤਾਂ ਸਰਕਾਰ ਦੀਆਂ ਹਦਾਇਤਾਂ 'ਤੇ ਕੰਮ ਕਰਨਾ। ਬਿਲਕੁਲ। ਔਰ ਚੋਣਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ 'ਤੇ ਹੁੰਦੀਆਂ ਨੇ, ਉੱਥੇ ਇਲੈਕਸ਼ਨ ਕਮਿਸ਼ਨ ਦਾ ਹੁਕਮ ਚੱਲਦਾ। ਠੀਕ ਹੈ, ਸੂਬੇ ਦੇ ਵਿੱਚ ਕਦੀ ਵੀ ਪੂਰੀ ਨਿਰਪੱਖਤਾ ਸਾਨੂੰ ਦੇਖਣ ਨੂੰ ਨਹੀਂ ਮਿਲੀ ਚੋਣਾਂ 'ਚ। ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਨੇ ਉਦੋਂ ਵੀ ਕਈ ਵਾਰੀ ਸਾਨੂੰ ਪੂਰੀ ਨਿਰਪੱਖਤਾ ਦੇਖਣ ਨੂੰ ਨਹੀਂ ਮਿਲਦੀ ਹੈ। ਸਾਡੇ ਲੋਕਤੰਤਰ ਦੀ ਬਦਨਸੀਬੀ ਹੈ, ਪਰ ਸਾਨੂੰ ਇਹਦੇ 'ਚ ਹੀ ਚੱਲਣਾ ਪੈਣਾ। ਬਿਲਕੁਲ। ਸੋ ਸਰਕਾਰਾਂ ਹੀ ਗਲਤ ਆਦਤਾਂ ਪਾਉਂਦੀਆਂ ਨੇ ਨਾ ਜੀ। ਪੁਲਿਸ ਆਪਣੇ ਆਪ ਤਾਂ ਨਹੀਂ ਨਾ ਸਰਕਾਰ ਦੇ ਹੱਕ 'ਚ ਹੋ ਜਾਂਦੀ ਵੀ ਅਸੀਂ ਪੁਲਿਸ ਨਿਰਪੱਖ ਹੁੰਦੀ ਹੈ, ਸਰਕਾਰਾਂ ਗਲਤ ਆਦਤਾਂ ਪਾਉਂਦੀਆਂ ਨੇ ਜੀ। ਸੋ ਹੁਣ ਜਦੋਂ ਸਰਕਾਰ ਬਦਲ ਜਾਂਦੀ ਹੈ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਦੂਜੀ ਸਰਕਾਰ ਹੀ ਗਲਤ ਕੰਮ ਕਰ ਰਹੀ ਹੈ ਜਾਂ ਦੂਜੀ ਸਰਕਾਰ ਹੀ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ, ਜਦ ਕਿ ਆਪਣੀ ਸਰਕਾਰ ਵੇਲੇ ਉਹ ਪਾਰਟੀਆਂ ਵੀ ਦੁਰਵਰਤੋਂ ਕਰ ਚੁੱਕੀਆਂ ਹੁੰਦੀਆਂ ਜੀ। ਤੇ ਡੱਲਾ ਜੀ, ਉਧਰ ਦੂਜੇ ਪਾਸੇ ਰਾਘਵ ਚੱਡਾ ਵੀ ਪੰਜਾਬ ਦੇ 2 ਦਿਨ ਦੇ ਦੌਰੇ ਦੇ ਉੱਤੇ ਨੇ। ਆਮ ਆਦਮੀ ਪਾਰਟੀ ਨੇ ਲੱਗਦਾ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੂਰੀ ਕਮਰ ਪੰਜਾਬ ਦੇ ਵਿੱਚ ਕੱਸ ਲਈ ਹੈ, ਉਹਨੂੰ ਕਿੱਦਾਂ ਵੇਖ ਰਹੇ? ਦੇਖੋ, ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਨਾ ਜੀ, ਮੇਰਾ ਤਾਂ ਖਿਆਲ ਹੈ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਲੜਨੀਆਂ ਚਾਹੀਦੀਆਂ, ਪਰ ਉਹ ਕਹਿੰਦੇ ਅਸੀਂ ਲੜਨੀਆਂ। ਉਹ ਕਹਿੰਦੇ ਅਸੀਂ ਚੋਣ ਨਿਸ਼ਾਨ ਤੇ ਲੜਨੀਆਂ। ਹੁਣ ਮੈਨੂੰ ਇਹ ਲੱਗਦਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਸਥਿਤੀ ਸਾਫ਼ ਹੋ ਜੂ ਕਿ ਉਹ ਕਿੱਥੇ ਖੜੇ ਨੇ ਜੀ। ਕਿਉਂਕਿ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਵੀ ਅਸੀਂ ਉੱਥੇ ਵਾਈਫਾਈ ਦਾ ਐਲਾਨ ਕਰਤਾ ਵੀ ਅਸੀਂ ਵਾਈਫਾਈ ਦੇਵਾਂਗੇ, ਉੱਥੇ ਕਿਸਾਨਾਂ ਨੂੰ ਲਾ ਵੀ ਦਿੱਤੇ ਕਹਿੰਦੇ ਮਾੜੇ ਮੋਟੇ ਵਾਈਫਾਈ ਉੱਥੇ, ਹਾਂਜੀ ਜੀ। ਤੇ ਉਹ ਕੈਪਟਨ ਨੇ ਉੱਥੇ ਕੇਜਰੀਵਾਲ ਨੇ ਵਿਧਾਨ ਸਭਾ 'ਚ ਕਹਿੰਦੇ ਉਹ ਕਾਪੀਆਂ ਵੀ ਪਾੜਤੀਆਂ ਕਾਨੂੰਨਾਂ ਦੀਆਂ ਜੀ। ਪਰ ਇੰਨੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ 'ਚ ਜਿੱਤ ਦਰਜ ਕਰਨ ਦੀ ਪੋਜੀਸ਼ਨ ਤੇ ਨਹੀਂ ਆਉਂਦੀ। ਕਿਉਂ? ਕਿਉਂਕਿ ਇਸ ਕਿਸਾਨ ਅੰਦੋਲਨ ਦਾ ਸਿਆਸੀ ਲਾਹਾ ਕਿਸੇ ਨੂੰ ਨਹੀਂ ਮਿਲਣਾ ਗਗਨ, ਨਾ ਆਪ ਨੂੰ, ਨਾ ਕਾਂਗਰਸ ਨੂੰ, ਨਾ ਬੀਜੇਪੀ ਨੂੰ, ਨਾ ਬੈਂਸ ਖਹਿਰਾ ਲਿਪ ਜਾਂ ਕੋਈ ਵੀ ਦੂਜੀ ਤੀਜੀ ਧਿਰ ਕੋਈ ਵੀ ਹੈ, ਢੀਂਡਸਾ ਸਾਹਿਬ ਦੀ ਪਾਰਟੀ ਹੈ ਜਾਂ ਅਕਾਲੀ ਦਲ ਹੈ ਜਾਂ ਕੋਈ ਵੀ ਪਾਰਟੀ, ਆਮ ਆਦਮੀ ਪਾਰਟੀ ਹੈ, ਕਿਸੇ ਨੂੰ ਨਹੀਂ ਮਿਲਣਾ। ਜਿਹੜੀਆਂ ਰਹਿ ਗਈ ਗੱਲ ਕਾਰਪੋਰੇਸ਼ਨ ਦੀਆਂ ਚੋਣਾਂ ਦੀ, ਹੁਣ ਪਹਿਲਾਂ ਤਾਂ ਕੀ ਕਾਰਪੋਰੇਸ਼ਨ 'ਚ ਮੁਕਾਬਲੇ ਵਾਲੇ ਚਿਹਰੇ ਆਮ ਆਦਮੀ ਪਾਰਟੀ ਨੂੰ ਸ਼ਹਿਰਾਂ 'ਚ ਮਿਲ ਜਾਣਗੇ? ਮੈਨੂੰ ਲੱਗਦਾ ਸ਼ਹਿਰਾਂ 'ਚ ਆਮ ਆਦਮੀ ਪਾਰਟੀ ਹਜੇ ਡਿਵੈਲਪ ਹੀ ਨਹੀਂ ਹੋਈ ਚੰਗੀ ਤਰ੍ਹਾਂ ਜੀ। ਬਾਕੀ ਹਜੇ ਤਾਂ ਜ਼ਾਬਤਾ ਨਹੀਂ ਲੱਗਿਆ, ਮੈਂ ਗੱਲ ਕਰ ਸਕਦਾ ਜਦੋਂ ਚੋਣ ਕਮਿਸ਼ਨ ਦਾ ਜ਼ਾਬਤਾ ਲੱਗ ਗਿਆ ਉਦੋਂ ਗੱਲ ਵੱਖਰੀ ਹੈ। ਮੈਨੂੰ ਇਹ ਲੱਗਦਾ ਕਿ ਹਾਲ ਦੀ ਘੜੀ ਆਮ ਆਦਮੀ ਪਾਰਟੀ ਨਗਰ ਨਿਗਮ ਦੀਆਂ ਚੋਣਾਂ 'ਚ, ਕੌਂਸਲਰਾਂ ਦੀਆਂ ਚੋਣਾਂ 'ਚ ਕਿਤੇ ਮੁਕਾਬਲੇ 'ਚ ਨਹੀਂ ਰਹੂਗੀ ਪੰਜਾਬ 'ਚ, ਮੈਨੂੰ ਇਹ ਲੱਗਦਾ ਜੀ। ਹਾਂ, ਪਿੰਡਾਂ 'ਚ ਕਿਤੇ ਨਾ ਕਿਤੇ ਉਹ ਮੁਕਾਬਲੇ 'ਚ ਰਹਿ ਸਕਦੀ ਹੈ, ਕਿਤੇ ਨਾ ਕਿਤੇ ਪਿੰਡਾਂ 'ਚ, ਪਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵੀ ਪਿਛਲੇ ਸਮਿਆਂ ਦੇ ਵਿੱਚ ਉਨੀ ਤਸੱਲੀਜਨਕ ਤੇ ਸੰਤੋਸ਼ਜਨਕ ਨਹੀਂ ਰਹੀ ਜਿੰਨੀ ਪੰਜਾਬ ਦੇ ਲੋਕ ਆਸ ਕਰਦੇ ਸੀ ਬਤੌਰ ਇਹ ਵਿਰੋਧੀ ਧਿਰ ਦੇ ਆਗੂ ਜੀ, ਬਤੌਰ ਵਿਰੋਧੀ ਧਿਰ ਦੀ ਪਾਰਟੀ ਹੋਣ ਦੇ ਨਾਲ। ਤੇ ਆਪ ਹੀ ਖਿੰਡੇ ਪੁੰਡੇ ਰਹੇ ਇੰਨਾ ਸਮਾਂ, ਹੈ ਜੀ। ਆ ਹੁਣ ਇਕੱਠੇ ਹੋਣ ਲੱਗੇ ਨੇ ਅਖੀਰਲੇ ਸਾਲ ਜੇ ਚ ਆ ਕੇ ਜੀ, ਆ ਸਾਲ ਸਵਾ ਸਾਲ ਦੇ ਦੁਬਾਰਾ ਇਕੱਠੇ ਹੋਣ ਲੱਗੇ ਨਾ ਜੀ। ਪਹਿਲਾਂ ਤਾਂ ਖਿੰਡੇ ਪੁੰਡੇ ਹੀ ਰਹੇ, ਪੌਣੇ 4 ਸਾਲ ਤਾਂ ਖਿੰਡੇ ਹੀ ਰਹੇ ਨੇ। ਦੇਖੋ ਜੀ, ਉਹ ਇੱਕ ਇਹਨਾਂ ਦੇ ਬਹੁਤ ਸਾਡੇ ਸਤਿਕਾਰਯੋਗ ਵਕੀਲ ਵੀ ਨੇ, HS ਫੂਲਕਾ ਜੀ, ਉਹ ਤਾਂ ਅਸਤੀਫਾ ਹੀ ਦੇ ਗਏ ਵਿਧਾਨ ਸਭਾ ਤੋਂ, ਬਣੀ ਬਣਾਈ ਅਸੈਂਬਲੀ ਦੀ ਸੀਟ ਤੋਂ ਜੀ। ਦੁਬਾਰਾ ਵੀ ਵੋਟਾਂ ਪੈ ਹਟੀਆਂ ਉੱਥੇ, ਤਾਂ ਹੁਣ ਉੱਥੇ ਜ਼ਮਾਨਤ ਜ਼ਬਤ ਹੋ ਗਈ ਆਮ ਆਦਮੀ ਪਾਰਟੀ ਦੀ। ਸੋ ਬਾਕੀ ਦੇਖਦੇ ਹਾਂ ਹੁਣ। ਰਾਘਵ ਚੱਡਾ ਆਏ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ 1 ਜਨਵਰੀ ਨੂੰ ਆ ਗਏ ਉਹਨਾਂ ਨੂੰ ਪਤਾ ਵੀ 1 ਸਾਲ ਤੇ 1-2 ਮਹੀਨੇ ਪੰਜਾਬ 'ਚ ਲਾਉਣੇ ਪੈਣੇ ਆ, ਮਿਹਨਤ ਕਰਨੀ ਪੈਣੀ। ਸਹਿ ਪ੍ਰਭਾਰੀ ਬਣ ਕੇ ਆਏ ਨੇ ਰਾਘਵ ਚੱਡਾ, ਨੌਜਵਾਨ ਵਿਧਾਇਕ ਨੇ, ਦਿੱਲੀ ਜਲ ਬੋਰਡ ਦੇ ਚੇਅਰਮੈਨ ਨੇ, ਸੋ ਕਾਬਲ ਲੀਡਰ ਹੈ। ਪਰ ਪੰਜਾਬ ਦੇ ਹਾਲਾਤਾਂ 'ਚ ਕਿੰਨਾ ਕੁ ਆਪਣੇ ਆਪ ਨੂੰ ਢਾਲ ਸਕਣਗੇ, ਪੰਜਾਬ ਨੂੰ, ਪੰਜਾਬੀਅਤ ਨੂੰ ਕਿੰਨਾ ਕੁ ਸਮਝ ਸਕਣਗੇ, ਪੰਜਾਬ ਦੇ ਰਾਜਨੀਤਿਕ ਢਾਂਚੇ ਨੂੰ ਕਿੰਨਾ ਕੁ ਸਮਝ ਸਕਣਗੇ? ਕਿਉਂਕਿ ਪਿਛਲੀ ਵਾਰੀ ਬਹੁਤ ਲੋਕਾਂ ਨੇ ਜਜ਼ਬਾਤੀ ਹੋ ਕੇ ਆਮ ਆਦਮੀ ਪਾਰਟੀ ਨਾਲ ਸ਼ਮੂਲੀਅਤ ਕੀਤੀ ਸੀ। ਮੈਂ ਦੇਖਦਾ ਸੀ ਪ੍ਰੋਫੈਸਰ, ਡਾਕਟਰ, ਇੰਜੀਨੀਅਰ, ਹੈ ਜੀ, ਆਮ ਆਦਮੀ ਪਾਰਟੀ ਲਈ ਤਨ ਮਨ ਧਨ ਤੋਂ ਕੰਮ ਕਰਦੇ ਸੀ ਲੋਕ। ਬਿਲਕੁਲ ਉਹ ਵੇਲਾ ਸੀ, ਪਰ ਹੁਣ ਉਹ ਵੇਲਾ ਨਹੀਂ। ਬਾਕੀ ਆ ਜਿਹੜੀਆਂ ਨਤੀਜਾ ਕਾਰਪੋਰੇਸ਼ਨ ਦੀਆਂ, ਨਗਰ ਕਮੇਟੀਆਂ ਦੀਆਂ, ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ, ਨਗਰ ਕੌਂਸਲਾਂ ਦੀਆਂ, ਮਾਫ ਕਰਨਾ, ਪੰਚਾਇਤਾਂ ਨਹੀਂ, ਇਹਨਾਂ 'ਚੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆ ਜੂ, ਇੱਕ ਤਸਵੀਰ ਜੀ ਸਾਫ਼ ਹੋ ਜੂ।
ਸੋ ਕਿਸਾਨ ਜਥੇਬੰਦੀਆਂ ਦੇ ਐਲਾਨ ਜੋ ਨਵੇਂ ਨੇ, ਉਮੀਦ ਹੈ ਕਿ ਸਰਕਾਰਾਂ ਇਹਨਾਂ ਦੇ ਵੱਲ ਵੀ ਗੌਰ ਕਰਨਗੀਆਂ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਾਲ ਐਲਾਨਾਂ ਦੇ ਵੱਲ ਗੌਰ ਕਰੇਗੀ, ਕਿਉਂਕਿ ਕਿਸਾਨੀ ਸੰਘਰਸ਼ ਜਿਵੇਂ ਜਿਵੇਂ ਅੱਗੇ ਵਧਦਾ ਜਾਵੇਗਾ ਇਹ ਸਰਕਾਰ ਦੇ ਲਈ ਕਿਤੇ ਨਾ ਕਿਤੇ ਚੁਣੌਤੀਆਂ ਖੜੀਆਂ ਕਰਦਾ ਜਾਵੇਗਾ, ਕਿਉਂਕਿ ਨਵੇਂ ਤੇ ਵੱਖਰੇ ਐਲਾਨ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ। ਸੋ ਉਮੀਦ ਹੈ ਕਿ ਜਲਦ ਤੋਂ ਜਲਦ ਇਹ ਕਿਸਾਨੀ ਅੰਦੋਲਨ ਖਤਮ ਹੋਵੇ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ, ਕਿਉਂਕਿ ਕੜਾਕੇ ਦੀ ਠੰਡ ਪੂਰੇ ਹੀ ਦੇਸ਼ ਦੇ ਵਿੱਚ ਵਧਦੀ ਜਾ ਰਹੀ ਹੈ ਤੇ ਇਸ ਠੰਡ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਵੀ ਚੇਤਾਵਨੀ ਹੈ। ਸੋ ਉਮੀਦ ਕਰਦੇ ਹਾਂ ਕਿ ਸਰਕਾਰ ਇਹਨਾਂ ਸਾਰੀਆਂ ਗੱਲਾਂ ਦੇ ਵੱਲ ਵੀ ਧਿਆਨ ਜ਼ਰੂਰ ਦੇਗੀ। ਡੱਲਾ ਜੀ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।